BTV देख रहे ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਿਮਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕੈਨੇਡਾ ਅਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ। ਯਹੂਦੀ ਅਤੇ ਫਲਸਤੀਨੀ ਨਿਵਾਸੀਆਂ ਲਈ ਦਿੱਤੇ ਬਿਆਨ ਤੇ ਫਸੇ ਐਡਮਿੰਟਨ ਦੇ ਮੇਅਰ ਤੋਂ ਮਾਫੀ ਮੰਗਣ ਦੀ ਕੀਤੀ ਜਾ ਰਹੀ ਹੈ ਮੰਗ। ਟੋਰਾਂਟੋ 에ਅਰਪੋਰਟ ਤੇ $20 ਮਿਲੀਅਨ ਦਾ ਸੋਨਾ ਚੋਰੀ ਕਰਨ ਦਾ ਮਾਮਲਾ, ਸ਼ੱਕੀ ਨੇ ਫਰਜ਼ੀ ਦਸਤਾਵੇਜ਼ ਦੀ ਕੀਤੀ ਸੀ ਵਰਤੋਂ। ਹਫ਼ਤੇ ਦੇ ਅੰਤ ਤੱਕ ਕੈਨੇਡਾ ਆਪਣੇ ਨਾਗਰਿਕਾਂ ਨੂੰ ਇਜ਼ਰਾਈਲ ਤੋਂ ਲਿਫਟ ਕਰਨ ਦੀ ਬਣਾ ਰਿਹਾ ਹੈ ਯੋਜਨਾ, ਵਿਦੇਸ਼ ਮੰਤਰੀ ਨੇ ਦਿੱਤੀ ਜਾਣਕਾਰੀ। ਰੂਸੀ ਅਧਿਕਾਰੀਆਂ ਨੇ ਯੂਕਰੇਨ ਵਿੱਚ ਜੰਗ ਦੀ ਆਲੋਚਨਾ ਕਰਨ ਲਈ ਇੱਕ ਮਨੁੱਖੀ ਅਧਿਕਾਰੀ ਵਕੀਲ ਨੂੰ ਕੀਤਾ ਜੁਰਮਾਨਾ। ਹੁਣ ਖਬਰਾਂ ਵਿਸਥਾਰ ਨਾਲ। ਇਜ਼ਰਾਈਲ ਤੇ ਹਮਾਸ ਦੇ ਹਮਲੇ ਤੋਂ ਬਾਅਦ ਐਡਮਿੰਟਨ ਦੇ ਮੇਅਰ ਦੀ ਹਿੰਸਾ ਪ੍ਰਤੀ ਆਪਣੀ ਪ੍ਰਤੀਕਿਰਿਆ ਲਈ ਆਲੋਚਨਾ ਹੋ ਰਹੀ ਹੈ। ਮੇਅਰ ਅਮਰਜੀਤ ਸੋਹੀ ਉਹਨਾਂ ਦਰਜਨਾਂ ਕੈਨੇਡੀਅਨ ਸਿਆਸਤਦਾਨਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਹਮਾਸ ਦੇ ਹਮਲੇ ਤੋਂ ਬਾਅਦ ਟਵਿੱਟਰ ਤੇ ਆਪਣਾ ਬਿਆਨ ਦਿੱਤਾ। ਮੇਅਰ ਨੇ ਲਿਖਿਆ ਸੀ, ਇਜ਼ਰਾਈਲ ਅਤੇ ਗਾਜ਼ਾ ਵਿੱਚ ਨਿਰਦੋਸ਼ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਂਦੇ ਹੋ ਰਹੇ ਹਮਲੇ ਭਿਆਨਕ ਹਨ। ਐਡਮਿੰਟਨ ਦੀ ਯਹੂਦੀ ਫੈਡਰੇਸ਼ਨ ਨੇ ਮੇਅਰ ਦੇ ਬਿਆਨ ਨੂੰ ਸ਼ਰਮਨਾਕ ਕਰਾਰ ਦਿੱਤਾ ਅਤੇ ਮਾਫੀ ਮੰਗਣ ਲਈ ਕਿਹਾ, ਇਹ ਕਹਿੰਦੇ ਹੋਏ ਕਿ ਉਹਨਾਂ ਨੇ ਹਿੰਸਾ ਕਰਨ ਵਾਲਿਆਂ ਦੇ ਹੱਕ 'ਚ ਬਿਆਨ ਦਿੱਤਾ ਹੈ। ਫੈਡਰੇਸ਼ਨ ਦੇ CEO ਸਟੈਸੀ ਲੈਵਿਟ-ਰਾਈਟ ਨੇ ਕਿਹਾ ਕਿ ਮੇਅਰ ਦਾ ਬਿਆਨ ਇਸ ਦੀ ਨਿੰਦਾ ਕਰਨ ਵਿੱਚ ਬਹੁਤ ਜ਼ਿਆਦਾ ਅੱਗੇ ਨਹੀਂ ਗਿਆ, ਪੂਰੇ ਦਿਲ ਨਾਲ ਅਤੇ ਸਪਸ਼ਟ ਤੌਰ ਤੇ ਇਸ ਦਾ ਪਤਾ ਚੱਲਦਾ ਹੈ। ਉਹਨਾਂ ਨੇ ਕਿਹਾ ਕਿ ਜਦੋਂ ਇਜ਼ਰਾਈਲ ਤੇ ਅੱਤਵਾਦੀ ਹਮਲਿਆਂ ਦੀ ਨਿੰਦਾ ਕਰਨ ਦੀ ਗੱਲ ਆਉਂਦੀ ਹੈ ਤਾਂ ਕੋਈ ਨਿਰਪੱਖ ਨਹੀਂ ਹੁੰਦਾ। ਲੈਵਿਟ-ਰਾਈਟ ਨੇ ਅੱਗੇ ਕਿਹਾ ਕਿ ਯਹੂਦੀ ਐਡਮੌਨਟੇਨੀਅਨ ਇਸ ਸਮੇਂ ਅਸਲ ਵਿੱਚ ਨਿਰਾਸ਼ ਮਹਿਸੂਸ ਕਰ ਰਹੇ ਹਨ। ਉਹ ਪਰੇਸ਼ਾਨ ਹਨ, ਉਹ ਗੁੱਸੇ ਹਨ ਅਤੇ ਉਹ ਦੁਖੀ ਹਨ। ਉਹ ਸੱਚਮੁੱਚ ਮਹਿਸੂਸ ਕਰਦੇ ਹਨ ਕਿ ਸਾਨੂੰ ਇਸ ਵਿੱਚ ਇਕੱਲਾ ਛੱਡ ਦਿੱਤਾ ਗਿਆ ਸੀ ਅਤੇ ਅਸਲ ਵਿੱਚ ਮਹਿਸੂਸ ਕਰਦੇ ਹਨ ਕਿ ਇਸ ਵਿੱਚ ਇੱਕ ਸਪਸ਼ਟ ਰੁਖ ਹੋਣਾ ਚਾਹੀਦਾ ਹੈ। ਲੰਘੇ ਮੰਗਲਵਾਰ ਨੂੰ ਐਡਮਿੰਟਨ ਦੇ ਮੇਅਰ ਅਮਰਜੀਤ ਸੋਹੀ ਨੇ ਕਿਹਾ ਕਿ ਉਹ ਆਪਣੇ ਮੂਲ ਬਿਆਨ ਤੇ ਕਾਇਮ ਹਨ ਅਤੇ ਨਾਲ ਹੀ ਇਹ ਵੀ ਕਿਹਾ ਕਿ ਇਹ ਰਾਏ ਪੇਸ਼ ਕਰਨ ਦੀ ਉਹਨਾਂ ਦੀ ਜਗ੍ਹਾ ਨਹੀਂ ਹੈ, ਪਰ ਹਿੰਸਾ ਤੋਂ ਪ੍ਰਭਾਵਿਤ ਸਾਰੇ ਐਡਮਿੰਟੋਨੀਅਨਸ ਦਾ ਸਮਰਥਨ ਕਰਨਾ ਉਹਨਾਂ ਦਾ ਕੰਮ ਹੈ। ਸੋਹੀ ਨੇ ਕਿਹਾ ਕਿ ਮੇਅਰ ਹੋਣ ਦੇ ਨਾਤੇ ਇਹ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਦੋਵਾਂ ਭਾਈਚਾਰਿਆਂ ਦਾ ਸਮਰਥਨ ਕਰਾਂ ਅਤੇ ਦੋਵਾਂ ਭਾਈਚਾਰਿਆਂ ਨਾਲ ਖੜਾਂ। ਪਿਛਲੇ ਦਿਨਾਂ ਵਿੱਚ ਲਗਭਗ 1600 ਨਿਰਦੋਸ਼ ਨਾਗਰਿਕਾਂ ਨੇ ਆਪਣੀਆਂ ਜਾਨਾਂ ਗਵਾ ਦਿੱਤੀਆਂ ਹਨ, ਯਹੂਦੀ ਅਤੇ ਫਲਸਤੀਨੀ ਦੋਵੇਂ, ਅਤੇ ਉਹਨਾਂ ਦਾ ਦਰਦ ਇੱਥੇ ਐਡਮਿੰਟਨ ਵਿੱਚ ਦੋਵਾਂ ਭਾਈਚਾਰਿਆਂ ਦੁਆਰਾ ਮਹਿਸੂਸ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਤੇ ਆਪਣਾ ਬਿਆਨ ਪੋਸਟ ਕਰਨ ਤੋਂ ਬਾਅਦ ਸੋਹੀ ਦੀ ਕਾਫੀ ਆਲੋਚਨਾ ਹੋ ਰਹੀ ਹੈ, ਪਰ ਕੁਝ ਲੋਕਾਂ ਵੱਲੋਂ ਸਮਰਥਨ ਵੀ ਕੀਤਾ ਜਾ ਰਿਹਾ ਹੈ। ਐਡਮਿੰਟਨ ਫਲਸਤੀਨੀ ਦੇ ਬੁਲਾਰੇ ਮੌਸਾ ਕੈਸਕਸ ਨੇ ਦੱਸਿਆ ਕਿ ਮੇਅਰ ਨੇ ਸ਼ਾਬਦਿਕ ਤੌਰ ਤੇ ਬੇਕਸੂਰ ਲੋਕ ਕਿਹਾ। ਉਹਨਾਂ ਨੇ ਹਮਾਸ ਨਹੀਂ ਕਿਹਾ ਅਤੇ ਨਾ ਹੀ ਇਹ ਕਿਹਾ ਕਿ ਉਹ ਅੱਤਵਾਦ ਦਾ ਬਚਾਅ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਮੇਅਰ ਦੀ ਚਿੰਤਾ ਇਜ਼ਰਾਈਲ ਦੇ ਨਿਰਦੋਸ਼ ਲੋਕ ਅਤੇ ਗਾਜ਼ਾ ਦੇ ਨਿਰਦੋਸ਼ ਲੋਕਾਂ ਦੇ ਨਾਲ ਹੈ। ਉੱਥੇ ਹੀ ਇੱਕ ਰਾਜਨੀਤਿਕ ਵਿਗਿਆਨੀ ਦਾ ਕਹਿਣਾ ਹੈ ਕਿ ਸਿਆਸਤਦਾਨਾਂ ਨੂੰ ਇਸ ਗੱਲ ਵਿੱਚ ਸਾਵਧਾਨ ਅਤੇ ਸੂਝਵਾਨ ਹੋਣਾ ਚਾਹੀਦਾ ਹੈ ਕਿ ਤੁਸੀਂ ਵਿਵਾਦ ਦਾ ਜਵਾਬ ਕਿਵੇਂ ਦਿੰਦੇ ਹੋ। ਮੈਕੀਵਨ ਯੂਨੀਵਰਸਿਟੀ ਦੇ ਰਾਜਨੀਤਿਕ ਵਿਗਿਆਨੀ ਕੈਲਡੀਅਨ ਮਿੰਸਾ ਨੇ ਕਿਹਾ ਕਿ ਮੇਅਰ ਦੋਵੇਂ ਪਾਸੇ ਖੇਡਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਮੇਰਾ ਸੁਝਾਅ ਹੈ, ਤੁਸੀਂ ਆਪਣਾ ਬਿਆਨ ਦਿੱਤਾ ਹੈ, ਇਹ ਇੰਨਾ ਮਜ਼ਬੂਤ ਨਹੀਂ ਸੀ। ਮੇਰੀ ਮੇਅਰ ਨੂੰ ਸਲਾਹ ਹੈ ਕਿ ਡੂੰਘਾਈ ਵਿੱਚ ਨਾ ਜਾਓ, ਆਪਣੇ ਬਿਆਨ ਨੂੰ ਜਿਵੇਂ ਇਹ ਹੈ ਉਸੇ ਤਰ੍ਹਾਂ ਕਾਇਮ ਰਹਿਣ ਦਿਓ। ਇਹ ਇੱਕ ਬਹੁਤ ਹੀ ਸੂਖਮ ਸੰਤੁਲਿਤ ਬਿਆਨ ਹੈ। ਤੁਹਾਨੂੰ ਦੱਸ ਦਈਏ ਕਿ ਐਡਮਿੰਟਨ ਸਿਟੀ ਇਜ਼ਰਾਈਲ ਨਾਲ ਏਕਤਾ ਵਿੱਚ ਅਗਲੇ 5 ਦਿਨਾਂ ਲਈ ਹਾਈ ਲੈਵਲ ਬ੍ਰਿਜ ਨੂੰ ਨੀਲੇ ਅਤੇ ਚਿੱਟੇ ਰੰਗ ਵਿੱਚ ਰੁਸ਼ਨਾਇਆ ਜਾਵੇਗਾ। ਵਿਦੇਸ਼ ਮਾਮਲਿਆਂ ਦੀ ਮੰਤਰੀ ਮੇਲਨੀ ਜੋਲੀ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਹਫ਼ਤੇ ਦੇ ਅੰਤ ਤੱਕ ਟੈਲ ਅਵੀਵ ਤੋਂ ਕੈਨੇਡੀਅਨ ਨਾਗਰਿਕਾਂ, ਸਥਾਈ ਨਿਵਾਸੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ 에ਅਰਲਿਫਟ ਕਰਨਾ ਸ਼ੁਰੂ ਕਰ ਦੇਵੇਗੀ। ਲੰਘੇ ਬੁੱਧਵਾਰ ਓਟਵਾ ਵਿੱਚ ਬੋਲਦਿਆਂ ਜੋਲੀ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਗਾਜ਼ਾ ਵਿੱਚ ਕਿਸੇ ਕੈਨੇਡੀਅਨ ਨੂੰ ਬੰਦਕ ਬਣਾਇਆ ਗਿਆ ਹੈ ਜਾਂ ਨਹੀਂ, ਪਰ ਉਹਨਾਂ ਨੇ ਕਿਹਾ ਕਿ ਖੇਤਰ ਵਿੱਚ ਹਿੰਸਾ ਵਿੱਚ 3 ਕੈਨੇਡੀਅਨਸ ਦੀ ਮੌਤ ਹੋ ਗਈ ਹੈ। ਜੋਲੀ ਨੇ ਕਿਹਾ ਕਿ ਮੈਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਾਂਗੀ ਕਿ ਕੈਨੇਡਾ ਵਿੱਚ ਕੋਈ ਬੰਦਕ ਹੈ ਜਾਂ ਨਹੀਂ, ਕਿਉਂਕਿ ਮੈਂ ਉਹਨਾਂ ਦੀ ਜਾਨ ਨੂੰ ਖਤਰੇ ਵਿੱਚ ਨਹੀਂ ਪਾਉਣਾ ਚਾਹੁੰਦੀ। ਅਸੀਂ ਇਜ਼ਰਾਈਲ ਵਿੱਚ ਬੰਦਕਾਂ ਦੇ ਮੁੱਖ ਵਾਰਤਾਕਾਰ ਦੇ ਸੰਪਰਕ ਵਿੱਚ ਹਾਂ। ਜੋਲੀ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਐਥਨਸ ਲਈ ਕੈਨੇਡੀਅਨ ਆਰਮ ਫੋਰਸਿਸ ਦੀਆਂ ਉਡਾਨਾਂ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਸਰਕਾਰ ਕੈਨੇਡਾ ਲਈ ਉਡਾਨਾਂ ਦਾ ਪ੍ਰਬੰਧ ਕਰਨ ਵਿੱਚ ਮਦਦ ਕਰੇਗੀ। ਜੋਲੀ ਨੇ ਅੱਗੇ ਕਿਹਾ ਕਿ ਅਸੀਂ ਐਥਨਸ ਤੋਂ ਕੈਨੇਡੀਅਨਸ ਨੂੰ ਘਰ ਲਿਆਉਣ ਲਈ 에ਅਰ ਕੈਨੇਡਾ, ਇੱਕ ਜਹਾਜ਼ ਅਤੇ ਇੱਕ ਚਾਲਕ ਦਲ ਦੇ ਨਾਲ ਸੁਰੱਖਿਅਤ ਕੀਤਾ ਹੈ। ਚੀਫ ਆਫ ਡਿਫੈਂਸ ਸਟਾਫ ਜਨਰਲ ਵਿਨ ਏਅਰ ਦਾ ਕਹਿਣਾ ਹੈ ਕਿ ਪਹਿਲਾ ਪੋਲਾਰਿਸ ਜਹਾਜ਼ ਐਥਨਸ ਵਿੱਚ ਉਤਰੇਗਾ ਅਤੇ ਹਵਾਈ ਸੈਨਾ ਇੱਕ ਸ਼ਟਲ ਸੇਵਾ ਚਲਾਏਗੀ। ਜੋਲੀ ਦਾ ਕਹਿਣਾ ਹੈ ਕਿ ਇਜ਼ਰਾਈਲ ਵਿੱਚ 4249 ਕੈਨੇਡੀਅਨ ਅਤੇ ਵੈਸਟ ਬੈਂਕ ਅਤੇ ਗਾਜ਼ਾ ਵਿੱਚ 476 ਹੋਰ ਰਜਿਸਟਰਡ ਹਨ। ਉਹਨਾਂ ਦਾ ਕਹਿਣਾ ਹੈ ਕਿ ਜੇ ਗਾਜ਼ਾ ਤੋਂ ਨਿਕਾਸੀ ਹੁੰਦੀ ਹੈ ਤਾਂ ਕੈਨੇਡਾ ਸੰਯੁਕਤ ਰਾਸ਼ਟਰ ਨਾਲ ਕੰਮ ਕਰੇਗਾ, ਪਰ ਅਜੇ ਤੱਕ ਅਜਿਹੀ ਕੋਈ ਯੋਜਨਾ ਨਹੀਂ ਹੈ। ਗਲੋਬਲ ਅਫੇਅਰਸ ਨੇ ਖਿੱਤੇ ਦੇ ਕੈਨੇਡੀਅਨਸ ਨੂੰ ਆਪਣੀਆਂ ਮੂਵਮੈਂਟ ਨੂੰ ਸੀਮਿਤ ਕਰਨ ਦੀ ਅਪੀਲ ਕੀਤੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਦੇ ਅਖੀਰ ਤੋਂ ਲਾਪਤਾ ਕੈਲਗਰੀ ਦੀ ਇੱਕ ਔਰਤ ਮ੍ਰਿਤਕ ਪਾਈ ਗਈ ਹੈ। ਪੁਲਿਸ ਨੇ ਇੱਕ ਰਿਲੀਜ਼ ਜਾਰੀ ਕਰਦਿਆਂ ਕਿਹਾ ਕਿ ਐਮੀ ਐਲਿਜ਼ਾਬੈਥ ਫਾਲਮੈਨ ਦੀ ਲਾਸ਼ ਮਿਲੀ ਹੈ ਅਤੇ ਉਸ ਦੀ ਮੌਤ ਗੈਰ ਅਪਰਾਧਿਕ ਸੀ। ਇਸ ਤੋਂ ਪਹਿਲਾਂ ਦਿਨ ਵਿੱਚ ਆਰਸੀਐਮਪੀ ਨੇ ਕਿਹਾ ਸੀ ਕਿ 25 ਸਾਲਾ ਐਮੀ ਐਲਿਜ਼ਾਬੈਥ ਦੀ ਅਧਿਕਾਰਿਤ ਖੋਜ ਹਫ਼ਤੇ ਦੇ ਅੰਤ ਵਿੱਚ ਬੰਦ ਕਰ ਦਿੱਤੀ ਗਈ ਸੀ, ਪਰ ਫਾਲਮੈਨ ਦੇ ਚਚੇਰੇ ਭਰਾ ਟ੍ਰੈਵਲ ਮਿਲਰ ਸਮੇਤ ਵਲੰਟੀਅਰਸ ਨੇ ਹਤਾਸ਼ ਖੋਜ ਜਾਰੀ ਰੱਖੀ। ਜਾਣਕਾਰੀ ਮੁਤਾਬਕ ਫਾਲਮੈਨ ਇੱਕ ਹਫ਼ਤੇ ਤੋਂ ਵੱਧ ਸਮਾਂ ਲਾਪਤਾ ਸੀ ਅਤੇ ਕੋਚਰੇਨ ਦੇ ਉੱਤਰ ਅਤੇ ਵਾਟਰ ਵੈਲੀ ਦੇ ਪੱਛਮ ਵਿੱਚ ਹਾਈਵੇ 40 ਦੇ ਨਾਲ ਵਾਲੇ ਖੇਤਰਾਂ ਵਿੱਚ ਖੋਜ ਕੀਤੀ ਗਈ ਸੀ। ਫਾਲਮੈਨ ਦੀ ਗੱਡੀ ਪਿਛਲੇ ਹਫ਼ਤੇ ਇਲਾਕੇ ਵਿੱਚ ਮਿਲੀ ਸੀ, ਪਰ ਕੁੜੀ ਦਾ ਕੋਈ ਸੁਰਾਗ ਨਹੀਂ ਮਿਲਿਆ ਜਦੋਂ ਤੋਂ ਉਸਨੇ ਦੋਸਤਾਂ ਨੂੰ ਦੱਸਿਆ ਸੀ ਕਿ ਉਹ 29 ਸਤੰਬਰ ਨੂੰ ਇੱਕ ਸੁੰਦਰ ਡਰਾਈਵ ਲਈ ਜਾ ਰਹੀ ਸੀ। ਉਸ ਦੀ ਲਾਸ਼ ਕਿੱਥੋਂ ਮਿਲੀ, ਇਸ ਬਾਰੇ ਪੁਲਿਸ ਕੋਲ ਕੋਈ ਜਾਣਕਾਰੀ ਨਹੀਂ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਾਰਥ ਵੈਸਟ ਟੈਰੀਟਰੀਜ਼ ਦੇ ਉਹਨਾਂ ਹਿੱਸਿਆਂ ਦਾ ਦੌਰਾ ਸ਼ੁਰੂ ਕਰ ਦਿੱਤਾ ਹੈ ਜੋ ਜੰਗਲ ਦੀ ਅੱਗ ਨਾਲ ਤਬਾਹ ਹੋ ਗਏ ਸਨ। ਟਰੂਡੋ ਸਥਾਨਕ ਸਿਆਸਤਦਾਨਾਂ ਦੇ ਨਾਲ ਘਰਾਂ ਦੇ ਸੜੇ ਹੋਏ ਅਵਸ਼ੇਸ਼ਾਂ ਅਤੇ ਪਿਘਲੇ ਹੋਏ ਵਾਹਨਾਂ ਨੂੰ ਦੇਖਣ ਲਈ ਐਂਟਰਪ੍ਰਾਈਜ਼ ਕਮਿਊਨਿਟੀ ਦੇ ਰਿਹਾਇਸ਼ੀ ਡਰਾਈਵੇ ਤੇ ਗਏ। ਲਗਭਗ 100 ਲੋਕਾਂ ਦੇ ਪਿੰਡ ਵਾਲੇ ਫੋਰਮੈਨ ਚਾਲੂ ਖੁਡੀਓ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਸਾਰੇ ਸੁਰੱਖਿਅਤ ਬਾਹਰ ਨਿਕਲ ਗਏ ਸੀ। ਅਗਸਤ ਵਿੱਚ ਇੱਕ ਤੇਜ਼ੀ ਨਾਲ ਵੱਧ ਰਹੀ ਜੰਗਲ ਦੀ ਅੱਗ ਨੇ ਐਂਟਰਪ੍ਰਾਈਜ਼ ਨੂੰ ਤੋੜ ਕੇ ਰੱਖ ਦਿੱਤਾ। ਇਸ ਦੇ ਲਗਭਗ ਸਾਰੇ ਘਰਾਂ ਅਤੇ ਢਾਂਚਿਆਂ ਨੂੰ ਤਬਾਹ ਕਰ ਦਿੱਤਾ। ਜਾਣਕਾਰੀ ਮੁਤਾਬਕ ਲਗਭਗ 20 ਲੋਕ ਵਾਪਸ ਆ ਗਏ ਹਨ, ਪਰ ਬਹੁਤ ਸਾਰੇ ਕੈਨੇਡਾ ਦੇ ਖੇਤਰ ਅਤੇ ਹੋਰ ਹਿੱਸਿਆਂ ਵਿੱਚ ਕਿਤੇ ਹੋਰ ਰਹਿ ਰਹੇ ਹਨ। ਇਸ ਖੇਤਰ ਨੇ ਅੱਗ ਦੇ ਮੌਸਮ ਦੌਰਾਨ ਇਸ ਦੀ ਲਗਭਗ 70% ਦੀ ਆਬਾਦੀ ਨੂੰ ਵਿਸਥਾਪਿਤ ਕੀਤਾ, ਜਿਸ ਵਿੱਚ 3 ਹਫ਼ਤਿਆਂ ਦੇ ਨਿਕਾਸੀ ਆਦੇਸ਼ ਸ਼ਾਮਲ ਹਨ, ਜਿਸ ਨਾਲ ਲਗਭਗ 20,000 ਲੋਕਾਂ ਨੂੰ ਯੈਲੋਨਾਈਫ ਦੀ ਰਾਜਧਾਨੀ ਤੋਂ ਜਾਣ ਲਈ ਮਜਬੂਰ ਹੋਣਾ ਪਿਆ ਸੀ। ਬਸੰਤ ਵਿੱਚ ਲੱਗੀ ਵਾਈਲਡਫਾਇਰ ਨੇ ਰਿਕਾਰਡ ਮਾਤਰਾ ਵਿੱਚ ਖੇਤਰ ਨੂੰ ਸਾੜ ਦਿੱਤਾ ਹੈ, ਜਿਨ੍ਹਾਂ ਵਿੱਚੋਂ 95 ਅਜੇ ਵੀ ਬਲ ਰਹੇ ਸਨ। ਬਹੁਤ ਸਾਰੇ ਜੋ ਆਪਣੇ ਵਾਈਲਡਫਾਇਰ 'ਚ ਨੁਕਸਾਨੇ ਹੋਏ ਘਰਾਂ ਦਾ ਦੌਰਾ ਕਰ ਰਹੇ ਸੀ, ਉਹਨਾਂ ਨੇ ਕਿਹਾ ਕਿ ਹੋਟਲ ਦੇ ਕਮਰੇ ਲੰਬੇ ਸਮੇਂ ਲਈ ਹੱਲ ਨਹੀਂ ਹਨ। ਅੱਗ ਨਾਲ ਸਥਾਨਕ ਹੋਟਲ ਵੀ ਤਬਾਹ ਹੋ ਗਿਆ, ਇਸ ਲਈ ਬਹੁਤ ਸਾਰੇ ਹੇ ਰਿਵਰ ਵਿੱਚ ਠਹਿਰੇ ਹੋਏ ਹਨ, ਜਿੱਥੇ ਰਿਹਾਇਸ਼ ਬਹੁਤ ਘੱਟ ਹੈ। ਸੁਰੱਖਿਆ ਕੰਪਨੀ ਬ੍ਰਿੰਕਸ ਨੇ ਪਿਛਲੇ ਬਸੰਤ ਵਿੱਚ ਟੋਰਾਂਟੋ ਦੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸੋਨੇ ਦੀ ਚੋਰੀ ਤੋਂ ਬਾਅਦ 에ਅਰ ਕੈਨੇਡਾ ਦੇ ਖਿਲਾਫ ਮੁਕੱਦਮਾ ਸ਼ੁਰੂ ਕੀਤਾ ਹੈ। ਦੋਸ਼ ਲਾਇਆ ਗਿਆ ਹੈ ਕਿ 에ਅਰਲਾਈਨ ਨੇ ਇੱਕ ਧੋਖੇਬਾਜ਼ ਵੇਬਿਲ ਕਰਮਚਾਰੀਆਂ ਨੂੰ ਦਿਖਾਉਣ ਤੋਂ ਬਾਅਦ ਉਹਨਾਂ ਨੇ ਇੱਕ ਅਣਪਛਾਤੇ ਵਿਅਕਤੀ ਨੂੰ $20 ਮਿਲੀਅਨ ਦਾ ਸੋਨਾ ਅਤੇ ਲੱਖਾਂ ਦੀ ਨਕਦੀ ਲੈ ਕੇ ਭੱਜਣ ਦੀ ਇਜਾਜ਼ਤ ਦਿੱਤੀ ਹੈ। ਜਾਣਕਾਰੀ ਮੁਤਾਬਕ 17 ਅਪ੍ਰੈਲ ਦੀ ਸ਼ਾਮ ਨੂੰ ਹਵਾਈ ਅੱਡੇ ਤੇ ਹੋਈ ਅਣਸੁਲਝੀ ਚੋਰੀ ਬਾਰੇ ਨਵੇਂ ਦੋਸ਼ 6 ਅਕਤੂਬਰ ਨੂੰ ਕੈਨੇਡਾ ਦੀ ਫੈਡਰਲ ਅਦਾਲਤ ਵਿੱਚ ਬ੍ਰਿੰਕਸ ਦੁਆਰਾ ਦਾਇਰ ਕੀਤੇ ਗਏ ਦਾਅਵੇ ਦੇ ਬਿਆਨ ਵਿੱਚ ਪਾਏ ਗਏ। ਕੰਪਨੀ ਦੇ ਦਾਅਵੇ ਵਿੱਚ ਬ੍ਰਿੰਕਸ ਨੇ ਕਿਹਾ ਕਿ ਕੀਮਤੀ ਸਮਾਨ ਪੀਅਰਸਨ ਵਿਖੇ ਉਤਰਨ ਅਤੇ ਕਾਰਗੋ ਨੂੰ ਉਤਾਰਨ ਤੋਂ ਥੋੜੀ ਦੇਰ ਬਾਅਦ ਇੱਕ ਅਣਜਾਣ ਵਿਅਕਤੀ 에ਅਰਲਾਈਨ ਦੇ ਕਾਰਗੋ ਸਟੋਰੇਜ ਸੁਵਿਧਾਵਾਂ ਤੱਕ ਪਹੁੰਚ ਪ੍ਰਾਪਤ ਕਰਨ ਦੇ ਯੋਗ ਸੀ। ਬ੍ਰਿੰਕਸ ਦਾ ਇਲਜ਼ਾਮ ਹੈ ਕਿ 에ਅਰ ਕੈਨੇਡਾ ਨੇ ਇੱਕ ਜਾਲੀ ਵੇਬਿਲ ਸਵੀਕਾਰ ਕੀਤਾ। ਵੇਬਿਲ ਇੱਕ ਕੈਰੀਅਰ ਦੁਆਰਾ ਤਿਆਰ ਕੀਤਾ ਗਿਆ ਇੱਕ ਦਸਤਾਵੇਜ਼ ਹੁੰਦਾ ਹੈ, ਜਿਸ ਵਿੱਚ ਅਕਸਰ ਸ਼ਿਪਮੈਂਟ ਰੂਟ ਅਤੇ ਖਰਚਿਆਂ ਦੇ ਵੇਰਵੇ ਹੁੰਦੇ ਹਨ। ਬ੍ਰਿੰਕਸ ਦਾ ਦਾਅਵਾ ਹੈ ਕਿ ਸਟਾਫ ਨੇ ਕਿਸੇ ਵੀ ਤਰੀਕੇ ਨਾਲ ਇਸ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕੀਤੇ ਬਿਨਾਂ ਧੋਖਾਧੜੀ ਵਾਲੇ ਦਸਤਾਵੇਜ਼ ਨੂੰ ਸਵੀਕਾਰ ਕਰ ਲਿਆ, ਜਿਸ ਨਾਲ ਸ਼ੱਕੀ ਵਿਅਕਤੀ ਨੂੰ 400 ਕਿਲੋਗ੍ਰਾਮ ਤੋਂ ਥੋੜਾ ਜਿਹਾ ਵਜ਼ਨ ਅਤੇ ਲਗਭਗ $2 ਮਿਲੀਅਨ ਦੀ ਨਕਦੀ ਦੇ ਨਾਲ ਵੇਅਰ ਹਾਊਸ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਦਿੱਤੀ ਗਈ। 에ਅਰ ਕੈਨੇਡਾ ਦੇ ਖਿਲਾਫ ਦੋਸ਼ਾਂ ਦੀ ਅਦਾਲਤ ਵਿੱਚ ਜਾਂਚ ਨਹੀਂ ਕੀਤੀ ਗਈ ਹੈ ਅਤੇ 에ਅਰਲਾਈਨ ਨੇ ਅਜੇ ਤੱਕ ਬਚਾਅ ਪੱਖ ਦਾ ਬਿਆਨ ਦਾਇਰ ਨਹੀਂ ਕੀਤਾ ਹੈ। ਅਦਾਲਤੀ ਫਾਈਲਿੰਗ ਦੇ ਅਨੁਸਾਰ ਸਵਿਟਜ਼ਰਲੈਂਡ ਵਿੱਚ ਸਥਿਤ ਇੱਕ ਕੀਮਤੀ ਧਾਤੂ ਰਿਫਾਈਨਿੰਗ ਕੰਪਨੀ ਸਵਿਸ ਬੈਂਕ ਰਿਫਾਈਜ਼ਨ ਸਵੇਸ਼ ਅਤੇ ਵਾਲਕੈਂਬੀ ਨੇ ਜ਼ਿਊਰਿਕ ਤੋਂ ਟੋਰਾਂਟੋ ਤੱਕ ਬੈਂਕ ਨੋਟਾਂ ਅਤੇ ਸੋਨੇ ਨੂੰ ਲਿਜਾਣ ਲਈ ਸੁਰੱਖਿਆ ਅਤੇ ਲੌਜਿਸਟਿਕਸ ਸੇਵਾਵਾਂ ਪ੍ਰਦਾਨ ਕਰਨ ਲਈ ਬ੍ਰਿੰਕਸ ਨੂੰ ਹਾਇਰ ਕੀਤਾ ਸੀ। ਜਹਾਜ਼ਾਂ ਨੂੰ ਫਲਾਈਟ AC 881 ਰਾਹੀਂ ਜ਼ਿਊਰਿਕ ਤੋਂ ਟੋਰਾਂਟੋ ਲਿਜਾਇਆ ਗਿਆ ਸੀ। ਬ੍ਰਿੰਕਸ ਨੇ ਕਿਹਾ ਕਿ ਫਲਾਈਟ ਸ਼ਾਮ 4 ਵਜੇ ਤੋਂ ਥੋੜੀ ਦੇਰ ਪਹਿਲਾਂ ਪਹੁੰਚ ਗਈ ਅਤੇ ਕਾਰਗੋ ਨੂੰ ਲਗਭਗ ਸ਼ਾਮ 4:20 ਵਜੇ ਉਤਾਰਿਆ ਗਿਆ ਸੀ। ਲਗਭਗ ਸ਼ਾਮ 5:50 ਵਜੇ 에ਅਰ ਕੈਨੇਡਾ ਬੌਂਡਡ ਵੇਅਰ ਹਾਊਸ ਵਿੱਚ ਭੇਜੇ ਜਾਣ ਤੋਂ ਪਹਿਲਾਂ ਲਗਭਗ 40 ਮਿੰਟ ਬਾਅਦ ਦਾਅਵੇ ਵਿੱਚ ਕਿਹਾ ਗਿਆ ਹੈ ਕਿ ਸ਼ੱਕੀ ਗੋਦਾਮ ਵਿੱਚ ਗਿਆ ਅਤੇ ਸਾਮਾਨ ਚੋਰੀ ਕਰ ਲਿਆ। ਗ੍ਰੇਟਰ ਟੋਰਾਂਟੋ 에ਅਰਪੋਰਟ ਅਥਾਰਟੀ ਨੇ ਪਹਿਲਾਂ ਪੁਸ਼ਟੀ ਕੀਤੀ ਹੈ ਕਿ ਸ਼ੱਕੀ ਨੇ ਇੱਕ ਵੇਅਰ ਹਾਊਸ ਦੇ ਜਨਤਕ ਪਾਸੇ ਤੱਕ ਪਹੁੰਚ ਕੀਤੀ, ਜਿਸ ਨੂੰ GTAA ਨੇ ਕਿਹਾ ਕਿ ਉਹ ਪ੍ਰਾਇਮਰੀ ਸੁਰੱਖਿਆ ਲਾਈਨ ਤੋਂ ਬਾਹਰ ਹੈ। ਦਾਅਵੇ ਦੇ ਬਿਆਨ ਵਿੱਚ ਕੰਪਨੀ ਸ਼ਿਪਮੈਂਟ ਦੇ ਪੂਰੇ ਮੁੱਲ ਅਤੇ ਮੁਕੱਦਮੇ ਤੋਂ ਪਹਿਲਾਂ ਨਿਰਧਾਰਿਤ ਕੀਤੇ ਜਾਣ ਵਾਲੇ ਵਿਸ਼ੇਸ਼ ਨੁਕਸਾਨਾਂ ਦੀ ਭਰਪਾਈ ਦੀ ਮੰਗ ਕਰ ਰਹੀ ਹੈ। ਅੱਜ ਤੱਕ ਇਸ ਚੋਰੀ ਸੰਬੰਧੀ ਕੋਈ ਗ੍ਰਿਫਤਾਰੀ ਨਹੀਂ ਹੋਈ ਅਤੇ ਨਾ ਹੀ ਕੀਮਤੀ ਸਮਾਨ ਬਰਾਮਦ ਹੋਇਆ ਹੈ। ਫੀਲਡ ਰੀਜਨਲ ਪੁਲਿਸ ਨੇ ਕਿਹਾ ਕਿ ਇਸ ਤਰ੍ਹਾਂ ਦੀ ਵੱਡੀ ਚੋਰੀ ਬਹੁਤ ਘੱਟ ਹੁੰਦੀ ਹੈ। ਇੱਕ ਰਿਪੋਰਟ ਮੁਤਾਬਕ ਹਵਾਈ ਅੱਡਾ 1952 ਵਿੱਚ ਇੱਕ ਬ੍ਰਿੰਕਸ ਦੀ ਬਖਤਰਬੰਦ ਕਾਰ ਨੂੰ ਸ਼ਾਮਲ ਕਰਨ ਵਾਲੀ ਇੱਕ ਸੋਨੇ ਦੀ ਚੋਰੀ ਦੀ ਸੈਟਿੰਗ ਸੀ, ਜਦੋਂ ਲਗਭਗ $2,15,000 ਦਾ ਸੋਨਾ ਲਿਆ ਗਿਆ ਸੀ, ਜੋ ਅੱਜ ਲਗਭਗ $2.35 ਮਿਲੀਅਨ ਹੈ। ਉਸ ਕੇਸ ਵਿੱਚ ਕਦੇ ਵੀ ਸੋਨਾ ਬਰਾਮਦ ਨਹੀਂ ਹੋਇਆ ਅਤੇ ਨਾ ਹੀ ਕਦੇ ਸ਼ੱਕੀ ਫੜੇ ਗਏ। ਓਟਵਾ ਦੀ ਯਹੂਦੀ ਫੈਡਰੇਸ਼ਨ ਦਾ ਕਹਿਣਾ ਹੈ ਕਿ ਇਜ਼ਰਾਈਲ ਵਿੱਚ ਰਹਿ ਰਹੇ ਇੱਕ ਕੈਨੇਡੀਅਨ ਨਾਗਰਿਕ ਜਿਸ ਦਾ ਓਟਵਾ ਨਾਲ ਡੂੰਘਾ ਸੰਬੰਧ ਹੈ, ਉਸ ਨੂੰ ਹਮਾਸ ਨੇ ਮਾਰ ਦਿੱਤਾ ਹੈ। CEO ਐਂਡਰੀਆ ਫ੍ਰਿਡਮੈਨ ਨੇ ਹਮਲੇ 'ਚ ਮਾਰੀ ਜਾਣ ਵਾਲੀ ਐਡੀ ਵਾਈਟਲ ਕਾਪਲੋਨ ਦੇ ਪਰਿਵਾਰ ਦੀ ਤਰਫੋਂ ਗੱਲ ਕਰਦੇ ਹੋਏ ਇਹ ਬਿਆਨ ਦਿੱਤਾ।
ਫ੍ਰਿਡਮੈਨ ਨੇ ਕਿਹਾ ਕਿ ਸਾਡੇ ਪਰਿਵਾਰ ਨੇ ਇੱਕ ਮਾਂ, ਇੱਕ ਪਤਨੀ, ਇੱਕ ਭੈਣ, ਇੱਕ ਧੀ, ਇੱਕ ਪੋਤੀ, ਇੱਕ ਪਤੀ ਜਿਹਨੂੰ ਗਵਾ ਦਿੱਤਾ ਹੈ। ਉਸਦੇ ਬੱਚੇ ਘਰ ਵਿੱਚ ਮੌਜੂਦ ਹਨ ਅਤੇ ਸੁਰੱਖਿਅਤ ਹਨ, ਪਰ ਉਹਨਾਂ ਦੀ ਮਾਂ ਉਹਨਾਂ ਨਾਲ ਨਹੀਂ ਹੈ। ਉਸਨੂੰ ਸਿਰਫ ਯਹੂਦੀ ਹੋਣ ਕਾਰਨ ਉਸਦੇ ਘਰ ਵਿੱਚ ਅੱਤਵਾਦੀਆਂ ਨੇ ਕਤਲ ਕਰ ਦਿੱਤਾ। ਐਡੀ ਵਾਈਟਲ ਕਾਪਲੂਨ ਦੀ ਉਮਰ 33 ਸਾਲ ਦੀ ਸੀ। ਫ੍ਰਿਡਮੈਨ ਨੇ ਵਾਈਟਲ ਕਾਪਲੂਨ ਨੂੰ ਇੱਕ ਸ਼ਾਨਦਾਰ ਮਾਂ ਅਤੇ ਡਾਂਸ ਤੋਂ ਲੈ ਕੇ ਬਾਸਕਟਬਾਲ ਤੱਕ ਬਹੁਤ ਸਾਰੀਆਂ ਪ੍ਰਤਿਭਾਵਾਂ ਵਾਲੀ ਇੱਕ ਸ਼ਾਨਦਾਰ ਔਰਤ ਦੱਸਿਆ। ਉਸਨੇ ਹਾਲ ਹੀ ਵਿੱਚ ਕੈਮੀਕਲ ਇੰਜੀਨੀਅਰਿੰਗ ਵਿੱਚ ਆਪਣੀ ਮਾਸਟਰ ਡਿਗਰੀ ਪੂਰੀ ਕੀਤੀ ਸੀ। ਉਹ ਸਾਈਬਰ ਸੁਰੱਖਿਆ ਵਿੱਚ ਕੰਮ ਕਰਦੀ ਸੀ। ਉਸ ਕੋਲ ਦੋਹਰੀ ਨਾਗਰਿਕਤਾ ਸੀ ਅਤੇ ਉਹ ਆਪਣੇ ਆਪ ਨੂੰ ਮਾਣ ਵਾਲੀ ਇਜ਼ਰਾਈਲੀ ਅਤੇ ਮਾਣ ਵਾਲੀ ਕੈਨੇਡੀਅਨ ਸਮਝਦੀ ਸੀ। ਫ੍ਰਿਡਮੈਨ ਨੇ ਕਿਹਾ ਕਿ ਉਸਦਾ ਪਰਿਵਾਰ ਉਸਦੀ ਕਹਾਣੀ ਦੱਸਣਾ ਚਾਹੁੰਦਾ ਸੀ, ਪਰ ਉਹਨਾਂ ਦੀ ਗੋਪਨੀਯਤਾ ਦੇ ਆਦਰ ਦੇ ਕਾਰਨ ਫ੍ਰਿਡਮੈਨ ਨੇ ਵਾਈਟਲ ਕਾਪਲੂਨ ਦੀ ਮੌਤ ਦੇ ਕਿਸੇ ਵੀ ਖਾਸ ਵੇਰਵਿਆਂ ਦਾ ਖੁਲਾਸਾ ਨਹੀਂ ਕੀਤਾ। ਫ੍ਰਿਡਮੈਨ ਨੇ ਕਿਹਾ ਕਿ ਯੁੱਧ ਦਾ ਪੈਮਾਨਾ ਕਈ ਵਾਰ ਸ਼ਾਮਲ ਲੋਕਾਂ ਦੀਆਂ ਵਿਅਕਤੀਗਤ ਕਹਾਣੀਆਂ ਨੂੰ ਅਸਪਸ਼ਟ ਕਰ ਸਕਦਾ ਹੈ। ਮੌਂਟਰੀਅਲ ਦੇ ਅਲੈਗਜ਼ੈਂਡਰ ਲੋਕ, ਵੈਨਕੂਵਰ ਦੇ ਬੈਨ ਮਿਜ਼ਰਾਚੀ ਅਤੇ ਹੋਰ ਕੈਨੇਡੀਅਨ ਹਨ ਜਿਨ੍ਹਾਂ ਦੀ ਪਛਾਣ ਹਮਾਸ ਦੇ ਹਮਲਿਆਂ ਦੇ ਸ਼ਿਕਾਰ ਵਜੋਂ ਹੋਈ ਹੈ। ਅਜੇ ਤੱਕ ਫੈਡਰਲ ਸਰਕਾਰ ਨੇ ਇਸ ਹਫ਼ਤੇ ਦੇ ਅੰਤ ਵਿੱਚ ਸ਼ੁਰੂ ਹੋਏ ਸੰਘਰਸ਼ ਵਿੱਚ 2 ਕੈਨੇਡੀਅਨ ਮੌਤਾਂ ਦੀ ਪੁਸ਼ਟੀ ਕੀਤੀ ਹੈ। ਵਿਦੇਸ਼ ਮਾਮਲੇ ਦੀ ਮੰਤਰੀ ਮੈਲਨੀ ਜੋਲੀ ਅਤੇ ਗਲੋਬਲ ਅਫੇਅਰਸ ਕੈਨੇਡਾ ਦੀ ਕੌਂਸਲਰ ਸੁਰੱਖਿਆ ਅਤੇ ਐਮਰਜੈਂਸੀ ਪ੍ਰਬੰਧਨ ਲਈ ਸਹਾਇਕ ਉਪ ਮੰਤਰੀ ਜੂਲੀ ਸੰਡੇ ਨੇ ਸਿਰਫ ਇਹ ਕਿਹਾ ਹੈ ਕਿ ਤੀਜੀ ਮੌਤ ਅਨੁਮਾਨਿਤ ਹੈ, ਕਿਉਂਕਿ ਇਜ਼ਰਾਈਲੀ ਅਧਿਕਾਰੀਆਂ ਨੇ ਅਜੇ ਤੱਕ ਪੁਸ਼ਟੀ ਨਹੀਂ ਕੀਤੀ ਹੈ। ਗਾਜ਼ਾ ਦੇ ਵਸਨੀਕਾਂ ਨੂੰ ਲਗਾਤਾਰ ਵੱਧ ਰਹੀ ਅਨਿਸ਼ਚਿਤਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਖੇਤਰ ਦੇ ਇਕਲੌਤੇ ਪਾਵਰ ਪਲਾਂਟ ਦਾ ਇੰਧਨ ਖਤਮ ਹੋ ਗਿਆ ਅਤੇ ਲੰਘੇ ਬੁੱਧਵਾਰ ਨੂੰ ਬੰਦ ਹੋ ਗਿਆ। ਇਜ਼ਰਾਈਲੀ ਹਵਾਈ ਹਮਲਿਆਂ ਨੇ ਪੂਰੇ ਆਂਢ-ਗੁਆਂਢ ਨੂੰ ਹੋਰ ਢਾਹ ਦਿੱਤਾ ਅਤੇ ਲੋਕਾਂ ਨੂੰ ਸੁਰੱਖਿਆ ਲੱਭਣ ਲਈ ਭੇਜ ਦਿੱਤਾ। ਇਸ ਦੇ ਨਾਲ ਹੀ ਗਾਜ਼ਾ ਪੱਟੀ ਦੇ ਹਸਪਤਾਲ ਘਟ ਰਹੀ ਡਾਕਟਰੀ ਸਪਲਾਈ ਨਾਲ ਜ਼ਖਮੀਆਂ ਦਾ ਇਲਾਜ ਕਰਨ ਲਈ ਸੰਘਰਸ਼ ਕਰ ਰਹੀ ਹੈ। ਜੰਗ ਜਿਸਨੇ ਦੋਵਾਂ ਪਾਸਿਆਂ ਤੋਂ 2200 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ ਦੇ ਵਧਣ ਦੀ ਹਜੇ ਵੀ ਉਮੀਦ ਜਤਾਈ ਜਾ ਰਹੀ ਹੈ। ਹਮਾਸ ਨੇ ਕਿਹਾ ਕਿ ਹਮਾਸ ਨੇ ਇਜ਼ਰਾਈਲ ਦੇ ਕਬਜ਼ੇ ਹੇਠ ਫਿਲਿਸਤੀਨੀਆਂ ਲਈ ਵਿਗੜਦੀਆਂ ਸਥਿਤੀਆਂ ਦਾ ਬਦਲਾ ਲਿਆ ਹੈ, ਜਿਸਨੇ ਗਾਜ਼ਾ ਵਿੱਚ ਸਮੂਹ ਦੀ ਪਕੜ ਨੂੰ ਕੁਚਲਣ ਦੇ ਇਜ਼ਰਾਈਲ ਦੇ ਇਰਾਦੇ ਨੂੰ ਭੜਕਾਇਆ ਹੈ। ਇਜ਼ਰਾਈਲੀ ਫੌਜ ਨੇ ਕਿਹਾ ਕਿ ਸ਼ਨੀਵਾਰ ਦੇ ਘੁਸਪੈਠ ਤੋਂ ਬਾਅਦ ਇਜ਼ਰਾਈਲ ਵਿੱਚ 155 ਸੈਨਿਕਾਂ ਸਮੇਤ 1200 ਤੋਂ ਵੱਧ ਲੋਕ ਮਾਰੇ ਗਏ ਹਨ। ਗਾਜ਼ਾ ਵਿੱਚ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ 1050 ਤੋਂ ਵੱਧ ਮਾਰੇ ਗਏ ਹਨ ਅਤੇ 5100 ਤੋਂ ਵੱਧ ਜ਼ਖਮੀ ਹੋਏ ਹਨ। ਸੰਯੁਕਤ ਰਾਸ਼ਟਰ ਦੀ ਫਲਸਤੀਨੀ ਸ਼ਰਨਾਰਥੀ ਏਜੰਸੀ ਦਾ ਕਹਿਣਾ ਹੈ ਕਿ ਗਾਜ਼ਾ ਵਿੱਚ 2,50,000 ਲੋਕ ਬੇਘਰ ਹੋ ਗਏ ਹਨ। ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਬੁੱਧਵਾਰ ਨੂੰ ਕਿਹਾ ਕਿ ਇਜ਼ਰਾਈਲ ਫਲਸਤੀਨ ਯੁੱਧ ਵਿੱਚ ਮਰਨ ਵਾਲੇ ਅਮਰੀਕੀ ਨਾਗਰਿਕਾਂ ਦੀ ਗਿਣਤੀ 22 ਹੋ ਗਈ ਹੈ। ਵਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਬੁਲਾਰੇ ਜੌਨ ਕਰਬੀ ਨੇ ਕਿਹਾ ਕਿ ਉਹਨਾਂ ਕੋਲ ਇਸ ਗੱਲ ਦਾ ਕੋਈ ਵੇਰਵਾ ਨਹੀਂ ਹੈ ਕਿ ਅਸਲ ਵਿੱਚ ਅਮਰੀਕੀ ਕਿੱਥੇ ਮਾਰੇ ਗਏ ਸਨ। ਉਹਨਾਂ ਨੇ ਕਿਹਾ ਕਿ ਘੱਟੋ ਘੱਟ 17 ਲਾਪਤਾ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਵਿੱਚੋਂ ਕੁਝ ਨੂੰ ਬੰਦਕ ਬਣਾਇਆ ਗਿਆ ਹੈ। ਵਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਬੁਲਾਰੇ ਜੌਨ ਕਰਬੀ ਨੇ ਬੁੱਧਵਾਰ ਨੂੰ ਦੁਹਰਾਇਆ ਕਿ ਇਜ਼ਰਾਈਲ ਤੇ ਹਮਾਸ ਦੇ ਹਮਲੇ ਪਿੱਛੇ ਈਰਾਨ ਦਾ ਹੱਥ ਹੋਣ ਦਾ ਕੋਈ ਸਪਸ਼ਟ ਸੰਕੇਤ ਨਹੀਂ ਹੈ। ਕਰਬੀ ਨੇ ਕਿਹਾ, ਅਸੀਂ ਅਜਿਹਾ ਕੁਝ ਨਹੀਂ ਦੇਖਿਆ ਹੈ ਜੋ ਦੱਸਦਾ ਹੈ ਕਿ ਉਹਨਾਂ ਨੇ ਹਮਲਿਆਂ ਦੇ ਸਮੂਹ ਦਾ ਸਮਰਥਨ ਕਰਨ ਲਈ ਵਿਸ਼ੇਸ਼ ਤੌਰ ਤੇ ਚੈੱਕ ਕੱਟੇ ਹਨ ਜਾਂ ਉਹ ਸਿਖਲਾਈ ਵਿੱਚ ਸ਼ਾਮਲ ਸਨ। ਕਰਬੀ ਨੇ ਕਿਹਾ ਕਿ ਅਧਿਕਾਰੀ ਇਹ ਦੇਖਣ ਲਈ ਖੁਫੀਆ ਜਾਣਕਾਰੀ ਦੀ ਸਮੀਖਿਆ ਕਰਨਾ ਜਾਰੀ ਰੱਖਣ ਜਾ ਰਹੇ ਹਨ ਕਿ ਇਹ ਸਾਨੂੰ ਕਿਸੇ ਵੱਖਰੇ ਸਿੱਟੇ ਤੇ ਲੈ ਜਾਂਦਾ ਹੈ ਜਾਂ ਨਹੀਂ। ਮਨੁੱਖੀ ਅਧਿਕਾਰਾਂ ਦੇ ਵਕੀਲ ਓਲੇਗ ਔਰਲੋਵ ਨੂੰ ਬੁੱਧਵਾਰ ਨੂੰ ਯੂਕਰੇਨ ਵਿੱਚ ਯੁੱਧ ਦੀ ਆਲੋਚਨਾ ਕਰਨ ਲਈ ਲਗਭਗ $1500 ਦਾ ਜੁਰਮਾਨਾ ਲਗਾਇਆ ਗਿਆ, ਜੋ ਕਾਰਕੁਨਾਂ, ਸੁਤੰਤਰ ਪੱਤਰਕਾਰਾਂ ਅਤੇ ਵਿਰੋਧੀ ਸ਼ਖਸੀਅਤਾਂ ਤੇ ਨਿਰੰਤਰ ਕਾਰਵਾਈ ਦਾ ਤਾਜ਼ਾ ਕਦਮ ਹੈ। ਔਰਲੋਵ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਮਨੁੱਖੀ ਅਧਿਕਾਰ ਸਮੂਹ ਮੈਮੋਰੀਅਲ ਦੇ ਸਹਿ ਚੇਅਰਮੈਨ ਨੂੰ ਇੱਕ ਫੇਸਬੁੱਕ ਪੋਸਟ ਤੋਂ ਬਾਅਦ ਜਨਤਕ ਤੌਰ ਤੇ ਰੂਸੀ ਫੌਜ ਨੂੰ ਬਦਨਾਮ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ, ਜਿਸ ਵਿੱਚ ਉਸਨੇ ਯੂਕਰੇਨ ਦੇ ਹਮਲੇ ਦੀ ਨਿੰਦਾ ਕੀਤੀ ਸੀ। ਜਾਣਕਾਰੀ ਮੁਤਾਬਕ ਕ੍ਰੈਮਲਿਨ ਵੱਲੋਂ ਸਰਹੱਦ ਪਾਰ ਫੌਜਾਂ ਭੇਜਣ ਤੋਂ ਥੋੜੀ ਦੇਰ ਬਾਅਦ ਇੱਕ ਕਾਨੂੰਨ ਅਪਣਾਇਆ ਗਿਆ। ਜੇਕਰ 1 ਸਾਲ ਦੇ ਅੰਦਰ ਬਾਰ-ਬਾਰ ਕੀਤਾ ਜਾਂਦਾ ਹੈ ਤਾਂ ਇਸ ਨੂੰ ਇੱਕ ਅਪਰਾਧਿਕ ਅਪਰਾਧ ਬਣਾ ਦਿੱਤਾ ਗਿਆ ਸੀ। ਔਰਲੋਵ ਨੂੰ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨ ਤੋਂ ਪਹਿਲਾਂ ਯੁੱਧ ਵਿਰੋਧੀ ਵਿਰੋਧ ਪ੍ਰਦਰਸ਼ਨਾਂ ਲਈ 2 ਵਾਰ ਜੁਰਮਾਨਾ ਲਗਾਇਆ ਗਿਆ ਹੈ। ਮਾਸਕੋ ਦੀ ਇੱਕ ਅਦਾਲਤ ਨੇ ਮਾਰਚ ਵਿੱਚ ਕੇਸ ਦੀ ਸੁਣਵਾਈ ਸ਼ੁਰੂ ਕੀਤੀ ਅਤੇ ਔਰਲੋਵ ਨੂੰ ਦੋਸ਼ੀ ਠਹਿਰਾਏ ਜਾਣ ਤੇ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਬੁੱਧਵਾਰ ਨੂੰ ਅੰਤਿਮ ਦਲੀਲਾਂ ਵਿੱਚ ਹਾਲਾਂਕਿ ਇਸਤਗਾਸਾ ਪੱਖ ਨੇ ਅਦਾਲਤ ਨੂੰ $2,50,000 ਯਾਨੀ ਕਿ ਲਗਭਗ $2500 ਦਾ ਜੁਰਮਾਨਾ ਲਗਾਉਣ ਲਈ ਕਿਹਾ। ਕਈ ਘੰਟਿਆਂ ਬਾਅਦ ਜੱਜ ਨੇ ਫੈਸਲਾ ਸੁਣਾਇਆ ਅਤੇ ਔਰਲੋਵ ਨੂੰ ਇਸ ਤੋਂ ਵੀ ਘੱਟ ਜੁਰਮਾਨਾ $1,50,000 ਯਾਨੀ ਕਿ $1500 ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ।
ਬਰਡਵਿੰਗ ਤਿਤਲੀਆਂ ਸਭ ਤੋਂ ਦੁਰਲੱਭ ਅਤੇ ਗ੍ਰਹਿ ਨੂੰ ਖੁਸ਼ ਕਰਨ ਲਈ ਸਭ ਤੋਂ ਵੱਡੀਆਂ ਹਨ। ਉਹਨਾਂ ਦੇ 10 ਇੰਚ ਦੇ ਖੰਭ ਦੱਖਣ ਪੂਰਬੀ ਏਸ਼ੀਆ ਅਤੇ ਆਸਟ੍ਰੇਲੀਆ ਦੇ ਵਰਖਾ ਜੰਗਲਾਂ ਵਿੱਚੋਂ ਲੰਘਦੇ ਹਨ। ਉਹਨਾਂ ਦਾ ਪੂਰਾ ਆਕਾਰ ਉਹਨਾਂ ਨੂੰ ਭੁੱਲਣਾ ਮੁਸ਼ਕਲ ਬਣਾ ਸਕਦਾ ਹੈ, ਪਰ ਬਰੁਕਲਿਨ ਵਿੱਚ ਯੂਐਸ ਅਟਾਰਨੀ ਦੇ ਦਫ਼ਤਰ ਦਾ ਕਹਿਣਾ ਹੈ ਕਿ ਚਾਰਲਸ ਲਿਮਰ ਨੇ ਪਿਛਲੇ 1 ਸਾਲ ਵਿੱਚ ਖਤਰੇ ਵਿੱਚ ਪੈ ਰਹੇ ਪੰਛੀਆਂ ਦੇ ਖੰਭਾਂ ਸਮੇਤ ਕਈ ਉੱਡਣ ਵਾਲੇ ਕੀੜਿਆਂ ਦੀ ਗੈਰ ਕਾਨੂੰਨੀ ਤਸਕਰੀ ਕਰਕੇ ਹਜ਼ਾਰਾਂ ਡਾਲਰ ਕਮਾਏ ਹਨ, ਜਿਨ੍ਹਾਂ ਦੀ ਸੰਖਿਆ ਘਟ ਰਹੀ ਰਿਹਾਇਸ਼ ਅਤੇ ਗੈਰ ਕਾਨੂੰਨੀ ਸ਼ਿਕਾਰ ਕਾਰਨ ਘਟੀ ਹੈ। 75 ਸਾਲ ਦੇ ਲਿਮਰ ਨਾਂ ਦੇ ਵਿਅਕਤੀ ਦੇ ਖਿਲਾਫ 6 ਗਿਣਤੀ ਦੇ ਦੋਸ਼ਾਂ ਵਿੱਚ ਉਸਤੇ ਦੁਨੀਆ ਦੇ ਕੁਝ ਦੁਰਲੱਭ ਅਤੇ ਸਭ ਤੋਂ ਵੱਧ ਖਤਰੇ ਵਿੱਚ ਚੱਲ ਰਹੇ ਕੀੜੇ ਅਤੇ ਤਿਤਲੀਆਂ ਸਮੇਤ ਲਗਭਗ 1000 ਲੈਪੀਡੋਪਟੇਰਾ ਦੀ ਤਸਕਰੀ ਕਰਨ ਲਈ ਵਿਦੇਸ਼ੀ ਸਹਿਯੋਗੀਆਂ ਨਾਲ ਕੰਮ ਕਰਨ ਦਾ ਦੋਸ਼ ਲੱਗਿਆ ਹੈ। ਨਿਊਯਾਰਕ ਵਿੱਚ ਫੈਡਰਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੌਂਗ ਆਈਲੈਂਡ ਦੇ ਵਿਅਕਤੀ ਨੇ ਪ੍ਰਜਾਤੀਆਂ ਦੇ ਸੁੱਕੇ ਨਮੂਨਿਆਂ ਦੀ ਤਸਕਰੀ ਕੀਤੀ, ਸਜਾਵਟੀ ਕੰਧ ਢੱਕਣ, ਓਰੀਗਾਮੀ ਪੇਪਰ ਕਰਾਫਟ ਅਤੇ ਦੀਵਾਰਾਂ ਦੀ ਸਜਾਵਟ ਵਜੋਂ ਲੇਬਲ ਲਗਾ ਕੇ ਯੂਐਸ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ। ਫੈਡਰਲ ਕਾਨੂੰਨ ਯੂਐਸ ਫਿਸ਼ ਐਂਡ ਵਾਈਲਡਲਾਈਫ ਸਰਵਿਸ ਦੀ ਇਜਾਜ਼ਤ ਤੋਂ ਬਿਨਾਂ ਜੰਗਲੀ ਜੀਵਨ ਦੇ ਵਪਾਰਕ ਨਿਰਯਾਤ ਜਾਂ ਆਯਾਤ ਤੇ ਪਾਬੰਦੀ ਲਗਾਉਂਦਾ ਹੈ। ਜੰਗਲੀ ਜੀਵਾਂ ਨੂੰ ਤਸਕਰੀ ਤੋਂ ਬਚਾਉਣ ਲਈ ਅੰਤਰਰਾਸ਼ਟਰੀ ਭਾਈਵਾਲੀ ਦੇ ਹਿੱਸੇ ਵਜੋਂ ਖਤਰੇ ਵਿੱਚ ਪੈ ਰਹੀਆਂ ਨਸਲਾਂ ਲਈ ਵਾਧੂ ਅਧਿਕਾਰ ਪ੍ਰਾਪਤ ਕਰਨ ਦੀ ਲੋੜ ਹੁੰਦੀ ਹੈ। ਲਿਮਰ ਨਾਮ ਨਾਲ ਜਾਣੇ ਵਾਲੇ ਇੱਕ ਵਿਕਰੇਤਾ ਨਾਲ ਜੁੜੇ ਇੱਕ ਐਟਸੀ ਪੰਨੇ ਤੇ ਬੁੱਧਵਾਰ ਨੂੰ ਪੰਛੀਆਂ ਦੇ ਖੰਭਾਂ ਲਈ 4 ਇਸ਼ਤਿਹਾਰ ਦਿੱਤੇ ਗਏ ਸਨ, ਜਿਸ ਵਿੱਚ ਯੂਐਸ ਦੇ 133 ਡਾਲਰ ਦੀ ਪੁੱਛੀ ਗਈ ਕੀਮਤ ਵਾਲੇ 5 ਨਮੂਨਿਆਂ ਦਾ ਸੰਗ੍ਰਹਿ ਸ਼ਾਮਲ ਹੈ। ਇਲਜ਼ਾਮ ਵਿੱਚ ਲਿਮਰ ਨੂੰ ਲਗਭਗ 1000 ਤਿਤਲੀਆਂ, ਕੀੜੇ ਅਤੇ ਹੋਰ ਕੀੜੇ ਮਕੌੜਿਆਂ ਦੇ ਆਪਣੇ ਸੰਗ੍ਰਹਿ ਨੂੰ ਛੱਡਣ ਲਈ ਮਜਬੂਰ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਵਕੀਲ ਕਹਿੰਦੇ ਹਨ ਕਿ ਉਸਨੇ ਵਿਦੇਸ਼ਾਂ ਤੋਂ ਗੈਰ ਕਾਨੂੰਨੀ ਤੌਰ ਤੇ ਖਰੀਦ ਕੀਤੀ ਸੀ। ਅੱਜ ਦੀਆਂ ਖਬਰਾਂ ਦੇ ਵਿੱਚ ਇੰਨਾ ਹੀ। ਮੁੜ ਤੋਂ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ। ਤੁਸੀਂ ਵੇਖਦੇ ਰਹੋ BTV, ਬੀ ਪੋਜ਼ਿਟਿਵ, ਬੀ ਯੋਰਸੈਲਫ।